ਲੜੀਵਾਰ ਕਥਾ ਰਾਗ ਸੂਹੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਪਾਵਨ ਸ਼ਬਦ ਚੱਲ ਰਹੇ ਨੇ। 26 ਸ਼ਬਦ ਰਾਗ ਸੂਹੀ ਦੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਅੰਮ੍ਰਿਤ ਬਚਨ ਉਚਾਰਦੇ ਨੇ। ਸਰਵਣ ਕਰੀਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਸੂਹੀ ਰਾਗ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਬਚਨ ਉਚਾਰਦੇ ਹਨ। ਬੈਕੁੰਠ ਨਗਰ ਕਹਿੰਦੇ ਉਹ ਨਗਰ ਬੈਕੁੰਠ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਬੈਕੁੰਠ ਦਾ ਮਤਲਬ ਹੁੰਦਾ ਜਿੱਥੇ ਕੁੰਠਾ ਨਾ ਹੋਵੇ, ਕੁੰਠਾ ਤੋਂ ਰਹਿਤ। ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਕੁੰਠਾ ਰਹਿੰਦੀ ਹੈ। ਕੀ ਹੋਵੇਗਾ, ਕੀ ਬਣੇਗਾ, ਕਈ ਤਰ੍ਹਾਂ ਦੇ ਸੰਦੇਹ, ਕਈ ਤਰ੍ਹਾਂ ਦੇ ਚਿੰਤਾਵਾਂ, ਇਹ ਸਭ ਕੁੰਠਾਵਾਂ ਹੀ ਨੇ। ਬੈਕੁੰਠ ਜਿੱਥੇ ਕੁੰਠਾ ਨਹੀਂ। ਪਾਤਸ਼ਾਹ ਕਹਿੰਦੇ ਉਹ ਥਾਂ ਬੈਕੁੰਠ ਹੈ ਜਿੱਥੇ ਰੱਬ ਦੇ ਪਿਆਰੇ ਮਹਾਂਪੁਰਸ਼ ਸੰਤ ਜਨ ਵਸਦੇ ਹਨ। ਉਹ ਥਾਂ ਹੀ ਬੈਕੁੰਠ ਹੈ ਜਿੱਥੇ ਸੰਤ ਜਨਾਂ ਦਾ ਵਾਸਾ ਹੈ, ਜਿੱਥੇ ਸਤ ਸੰਗੀਆਂ ਦਾ। ਅੱਜ ਜਿੱਥੇ ਤੁਸੀਂ ਬੈਠੇ ਹੋ ਨਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ, ਇਹ ਵੀ ਬੈਕੁੰਠ ਹੈ। ਇੱਥੇ ਆ ਕੇ ਵੀ ਜੇ ਕਿਸੇ ਦੇ ਮਨ 'ਚ ਕੁੰਠਾ ਰਹਿ ਗਈ ਨਾ, ਇਹਦਾ ਮਤਲਬ ਹੈ ਉਹਦਾ ਤਨ ਆਇਆ, ਆਪ ਨਹੀਂ ਆਇਆ। ਨਹੀਂ ਤਾਂ ਇੱਥੇ ਆਣ ਕੇ ਤਾਂ ਸਾਰੀਆਂ ਕੁੰਠਾਵਾਂ ਨਾਸ ਹੋ ਜਾਂਦੀਆਂ ਹਨ। ਜੇ ਇੱਥੇ ਆ ਕੇ ਵੀ ਕੁੰਠਾ ਵਿਆਪਦੀ ਰਹੀ, ਇਹਦਾ ਮਤਲਬ ਸਰੀਰ ਬੈਠਾ, ਸੁਰਤ ਨਹੀਂ। ਜਿੱਥੇ ਸੰਤ ਜਨਾਂ ਦਾ ਵਾਸਾ ਹੈ ਉਹ ਥਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬੈਕੁੰਠ ਹੈ। ਉਹ ਬੈਕੁੰਠ ਨਗਰ ਹੈ, ਏਦਾਂ ਕਹਿ ਸਕਦੇ ਹਾਂ ਵੀ ਉਹ ਨਗਰ ਬੈਕੁੰਠ ਹੈ, ਸੱਚਖੰਡ ਹੈ, ਏਦਾਂ ਵੀ ਕਹਿ ਸਕਦੇ ਹਾਂ। ਬੈਕੁੰਠ ਦਾ ਅਰਥ ਕਰ ਲਈਏ ਸੱਚਖੰਡ। ਉਹ ਨਗਰ ਸੱਚਖੰਡ ਹੀ ਹੈ ਜਿੱਥੇ ਜਾ ਕੇ ਇਹ ਭੁੱਲ ਜਾਵੇ ਕਿ ਮੈਂ ਸਰੀਰ ਹਾਂ। ਜਿੱਥੇ ਜਾ ਕੇ ਇਹ ਵੀ ਭੁੱਲ ਜਾਏ ਮੇਰਾ ਕਿਸ ਘਰ 'ਚ ਜਨਮ ਹੋਇਆ, ਮੇਰੀ ਬਰਾਦਰੀ ਕੀ ਹੈ, ਮੈਂ ਕਿਸ ਜਾਤੀ ਨਾਲ, ਕਿਸ ਮਜ਼ਹਬ ਨਾਲ ਸੰਬੰਧ ਰੱਖਦਾ, ਇਹ ਸਭ ਕੁਝ ਭੁੱਲ ਜਾਏ। ਜਿੱਥੇ ਕੇਵਲ ਨਿਰੋਲ ਆਤਮ ਸਵਰੂਪ ਦਾ ਹੀ ਬੋਧ ਹੋਵੇ, ਉਸ ਥਾਂ ਨੂੰ ਕਹਾਂਗੇ ਸੱਚਖੰਡ, ਬੈਕੁੰਠ ਨਗਰ। ਇਸੇ ਥਾਂ ਨੂੰ ਭਗਤ ਰਵਿਦਾਸ ਜੀ ਮਹਾਰਾਜ ਜੀ ਬੇਗਮਪੁਰਾ ਕਹਿੰਦੇ ਹਨ। ਇਹ ਬੇਗਮਪੁਰਾ ਵੀ ਹੈ, ਬੇਗਮਪੁਰਾ ਜਿੱਥੇ ਕੋਈ ਗਮ ਨਹੀਂ, ਜਿੱਥੇ ਆ ਕੇ ਸਾਰੀਆਂ ਚਿੰਤਾਵਾਂ ਭੁੱਲ ਜਾਂਦੀਆਂ ਨੇ। ਮੈਂ ਆਹ ਕਰਨਾ ਸੀ, ਇੱਥੋਂ ਜਦੋਂ ਨਿਕਲਣਾ ਸਾਰੇ ਕੰਮ ਸਾਨੂੰ ਚੇਤੇ ਆ ਜਾਂਦੇ। ਆ ਵੀ ਜਾਣਾ, ਅੱਜ ਉੱਥੇ ਆ ਵੀ ਕਰਨਾ, ਫਲਾਣੇ ਨੂੰ ਵੀ ਮਿਲਣਾ, ਅਮਕੇ ਨੂੰ ਵੀ ਮਿਲਣਾ। ਜਿਹਦੇ ਤੋਂ ਪਰੇਸ਼ਾਨ ਹੋਈਏ, ਜਿਹੜਾ ਕੋਈ ਕੰਮ ਨਾ ਕਰਦਾ ਹੋਵੇ, ਸਾਡਾ ਕਈ ਦਿਨਾਂ ਤੋਂ ਉਹਨੂੰ ਕਿਹਾ ਹੋਵੇ ਵੀ ਇਹ ਕਰਨਾ, ਉਹ ਟਾਲ ਮਟੋਲਾ ਕਰਦਾ ਹੋਵੇ, ਤੰਗ ਕਰ ਰਿਹਾ ਹੋਵੇ, ਇੱਥੋਂ ਤੱਕ ਵੀ ਕਹਿੰਦੇ ਸੁਣੀ ਜਾਂਦੇ ਨੇ ਫਲਾਣੇ ਦੀ ਮਕਾਨ ਵੀ ਦੇਣੀ ਅੱਜ। ਯਾਨੀ ਕਿ ਜਦੋਂ ਚਲੇ ਗਏ ਕਿਤੇ, ਉਦੋਂ ਫਿਰ ਉਹ ਸਾਰੀਆਂ ਕੁੰਠਾਵਾਂ ਨੇ। ਤੇ ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਕਥਾ ਸੁਣੀ, ਕੀਰਤਨ ਸੁਣਿਆ, ਕੁਝ ਸਮੇਂ ਲਈ ਸਭ ਕੁਝ ਭੁੱਲ ਗਏ। ਫਿਰ ਇਹ ਸੱਚਖੰਡ ਹੀ ਹੈ ਨਾ। ਤਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਸਾਧ ਸੰਗਤ ਸੱਚਖੰਡ ਹੈ। ਇਹ ਸੱਚਖੰਡ ਹੈ। ਫਿਰ ਇੱਕ ਹੋਰ ਬਚਨ ਕਹਿੰਦੇ, ਉਹ ਕਹਿੰਦੇ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਈਏ, ਤਾਹਾਂ ਜੋ ਬਿਆਪੈ ਮਾਇਆ ਕਹਾਂ ਠਹਿਰਾਈ ਹੈ। ਪਹਿਲਾਂ ਉਦਾਹਰਨਾਂ ਦਿੰਦੇ, ਕਹਿੰਦੇ
ਅੱਗ ਤੋਂ ਡਰ ਕੇ ਬੰਦਾ ਪਾਣੀ 'ਚ ਜਾਏ, ਪਾਣੀ 'ਚ ਕਿਸ਼ਤੀ 'ਚ ਬਹਿ ਜਾਏ, ਜੇ ਕਿਸ਼ਤੀ ਨੂੰ ਅੱਗ ਲੱਗ ਜਾਏ ਤੇ ਫਿਰ ਕਿੱਥੇ ਜਾਏ। ਚੋਰਾਂ ਤੋਂ ਡਰਦਿਆਂ ਵੀ ਚੋਰ ਨੇ ਜਿਹੜੇ ਨੇ ਉਹ ਚੋਰੀ ਕਰਦੇ ਆ, ਜਾਂ ਠੱਗਾਂ ਤੋਂ ਰਾਹ ਮਾਰਾਂ ਤੋਂ ਡਰਦਿਆਂ ਰਾਜੇ ਦੀ ਸ਼ਰਨ ਚਲਾ ਜਾਏ ਤੇ ਅੱਗੋਂ ਰਾਜਾ ਹੀ ਉੱਠ ਕੇ ਮਾਰਨ ਲੱਗ ਪਏ, ਰਾਜਾ ਹੀ ਕੋਹਣ ਲੱਗ ਪਏ ਤੇ ਫਿਰ ਕਿੱਥੇ ਜਾਏ। ਮਾਇਆ ਦੇ ਤੱਤੇ ਝੋਲਿਆਂ ਤੋਂ ਬਚਣ ਲਈ ਗੁਰਦੁਆਰੇ ਆਏ। ਇੱਥੇ ਵੀ ਜੇ ਮਨ ਨੂੰ ਮਾਇਆ ਵਿਆਪਦੀ ਰਹੀ ਤੇ ਫਿਰ ਕਿੱਥੇ ਜਾਵਾਂਗੇ। ਸੰਸਾਰ 'ਚ ਕੋਈ ਐਸੀ ਥਾਂ ਨਹੀਂ ਜਿੱਥੇ ਜਾ ਕੇ ਬਚ ਸਕੀਏ। ਇਸ ਕਰਕੇ ਭਾਈ ਇਹ ਵੀ ਬੈਕੁੰਠ ਨਗਰ ਹੈ, ਜਿੱਥੇ ਸਤ ਸੰਗੀ ਜਨ ਵਸਦੇ ਨੇ, ਜਾਂ ਫਿਰ ਜਿੱਥੇ ਸੰਤ ਜਨ ਵਸਦੇ ਨੇ ਰੱਬ ਦੇ ਪਿਆਰੇ। ਉਹ ਥਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬੈਕੁੰਠ ਨਗਰ ਹੈ। ਨਾਨਕ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਕਿ ਪ੍ਰਭੂ ਦੇ ਜੋ ਚਰਨ ਕਮਲ ਹਨ ਉਹ ਮੇਰੇ ਹਿਰਦੇ ਦੇ ਵਿੱਚ ਨਿਵਾਸ ਕਰਦੇ ਹਨ। ਸੁਣ ਮਨ ਤਨ ਤੁਝ ਸੁਖ ਦਿਖਲਾਵੋ। ਇਹ ਮੇਰਿਆ ਮਨਾ ਸੁਣ, ਇਹ ਮੇਰਿਆ ਤਨਾ ਸੁਣ, ਮੈਂ ਤੈਨੂੰ ਸੁਖ ਦੇ ਦਰਸ਼ਨ ਕਰਾਵਾਂ ਵੀ ਸੁਖ ਹੁੰਦਾ ਕੀ ਹੈ। ਤੂੰ ਜੋ ਸੁਖ ਮੰਨੀ ਬੈਠਾ ਹੈ ਇਹ ਤੇਰਾ ਭੁਲੇਖਾ ਹੈ, ਇਹ ਤੇਰਾ ਭਰਮ ਹੈ। ਚੱਲੋ ਮਨਾ, ਤੈਨੂੰ ਵਿਖਾਵਾਂ ਅਸਲੀ ਸੁਖ ਹੁੰਦਾ ਕੀ ਹੈ। ਤੂੰ ਤਾਂ ਕਦੇ ਸੁਖ ਦਾ, ਹੁਣ ਤਾਂ ਹੀ ਸੁਖ ਦਾ ਕੇਵਲ ਪਰਛਾਵਾਂ ਵੇਖਿਆ, ਤੂੰ ਪਰਛਾਵਾਂ ਵੇਖਿਆ, ਸੁਖ ਨਹੀਂ ਵੇਖਿਆ। ਸੁਖ ਦਾ ਪ੍ਰਤੀਬਿੰਬ ਤੱਕਿਆ ਹੈ, ਹਾਲੇ ਤੱਕ ਤੂੰ ਸੁਖ ਨਹੀਂ ਵੇਖਿਆ। ਹੇ ਮੇਰਿਆ ਮਨਾ, ਚੱਲ ਮੈਂ ਤੈਨੂੰ ਸੁਖ ਵਿਖਾਵਾਂ। ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵੋ। ਤੂੰ ਬੜੇ ਸੰਸਾਰ ਦੇ ਪਦਾਰਥ ਪੁੰਚੇ ਹੋਣੇ ਨੇ, ਪਦਾਰਥ ਬੜੇ ਖਾਧੇ ਹੋਣੇ ਨੇ, ਉਹਨਾਂ ਨੂੰ ਖਾਣ ਤੋਂ ਬਾਅਦ ਵੀ ਤੇਰੇ ਮਨ 'ਚ ਹੋਰ ਖਾਣ ਦੀ ਇੱਛਾ ਹੋਈ ਹੋਵੇਗੀ, ਰਜਿਆ ਨਹੀਂ ਹੋਣਾ। ਚੱਲ ਮੈਂ ਤੈਨੂੰ ਅਨੇਕ ਤਰ੍ਹਾਂ ਦੇ ਬਣੇ ਹੋਏ ਬਿੰਜਨਾਦ, ਅਨੇਕ ਤਰ੍ਹਾਂ ਦੇ ਬਣੇ ਹੋਏ ਬਿੰਜਨਾਦ, ਸਬਜ਼ੀਆਂ ਭਾਜੀਆਂ ਤਰਕਾਰੀਆਂ 6 ਦੇ 6 ਰਸਾਂ ਦੇ ਸਹਿਤ, ਉਹ ਸਾਰੇ ਪਦਾਰਥ ਤੈਨੂੰ ਪਹੁੰਚਾਵਾਂ ਯਾਨੀ ਕਿ ਤੈਨੂੰ ਛਕਾਵਾਂ ਮੇਰਿਆ ਮਨਾ। ਚੱਲ ਤਾਂ ਸਹੀ ਮੇਰੇ ਨਾਲ। ਹਾਂਜੀ। ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ। ਕਹਿੰਦੇ ਆ ਮੇਰੇ ਮਨਾ ਸੁਣ, ਜੇ ਤੂੰ ਸੁਖ ਵੇਖਣਾ ਤੇ ਸੁਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਵਿੱਚ ਹੈ। ਜੇ ਤੂੰ ਭੋਗ ਪੁੰਚਣੇ ਨੇ ਸਾਰੇ ਤੇ ਹੇ ਮੇਰਿਆ ਮਨਾ ਅੰਮ੍ਰਿਤ ਨਾਮ ਨੂੰ ਪੁੰਚ, ਜਿਸ ਨੂੰ ਪੁੰਚਦਿਆਂ ਸੇ ਤੇਰੀਆਂ ਸਾਰੀਆਂ ਭੁੱਖਾਂ ਲੱਥ ਜਾਣਗੀਆਂ ਔਰ ਕਦੇ ਤੂੰ ਭੁੱਖਾ ਨਹੀਂ ਹੋਵੇਂਗਾ। ਹਰ ਨਾਮ ਹਮਾਰਾ ਭੋਜਨ ਛਤ ਹੀ ਪ੍ਰਕਾਰ, ਜਿਤ ਖਾਧੈ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਭੋਜਨ ਛਤ ਹੀ ਪ੍ਰਕਾਰ। 36 ਤਰ੍ਹਾਂ ਦਾ ਭੋਜਨ ਹੈ ਹਰੀ ਦਾ ਨਾਮ ਸਾਡੇ ਵਾਸਤੇ, ਜਿਸ ਨੂੰ ਖਾ ਕੇ ਮਨ ਦੀਆਂ ਸਾਰੀਆਂ ਭੁੱਖਾਂ ਲੱਥ ਜਾਣਗੀਆਂ। ਇਹ ਅੰਮ੍ਰਿਤ ਨਾਮ ਹੈ। ਹੇ ਮੇਰਿਆ ਮਨਾ ਇਸ ਨੂੰ ਪੁੰਚ, ਕਿਉਂਕਿ ਜੇ ਕੋ ਖਾਵੈ ਜੇ ਕੋ ਪੁੰਚੈ, ਜੇ ਕੋ ਖਾਵੈ ਜੇ ਕੋ ਪੁੰਚੈ। ਜੇ ਕੋ ਖਾਵੈ ਜੇ ਕੋ ਪੁੰਚੈ, ਜੇ ਕੋ ਖਾਵੈ ਜੇ ਕੋ ਪੁੰਚੈ। ਤਿਸ ਕਾ ਹੋਏ ਉਧਾਰ, ਤਿਸ ਕਾ ਹੋਏ ਉਧਾਰ। ਤਿਸ ਕਾ ਹੋਏ ਉਧਾਰ, ਤਿਸ ਕਾ ਹੋਏ ਉਧਾਰ। ਹਾਲ ਵਿੱਚ ਤਿਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।
अमृत नाम ठाकुर का पयो जिसका सबस आधारो। जे को खावै जे को पुंचै तिसका होए उधारो। नाम है। ਇਹ ਥਾਲ ਹੈ ਜਿਹੜਾ ਸਤਿਗੁਰਾਂ ਸਾਡੇ ਮੂਹਰੇ ਪਰੋਸਿਆ। ਮੁਦਾਵਣੀ ਭਾਈ ਮਹਾਰਾਜ ਜੀ ਨੇ ਬੁਝਾਰਤ, ਮੁਦਾਵਣੀ ਦਾ ਮਤਲਬ ਮੁੱਦ ਦਿੱਤਾ। ਮੁਦਾਵਣੀ ਕੀ ਪਾਈ ਇਹਦੇ ਵਿੱਚ? ਥਾਲ ਵਿੱਚ 3 ਵਸਤੂ ਪਈਓ। ਆਖਿਆ ਜੀ ਥਾਲ ਵਿੱਚ 3 ਵਸਤੂਆਂ ਪਈਆਂ ਹੋਈਆਂ। ਕਿਹੜੀਆਂ ਕਿਹੜੀਆਂ? ਸਤ, ਸੰਤੋਖ, ਵਿਚਾਰੋ। 3 ਹੋ ਗਈਆਂ। ਫਿਰ ਅਗੇ ਚੌਥੀ ਕਹੀ ਜਾਂਦੇ ਨੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਉੱਤੇ ਕਈਆਂ 3 ਨੇ, ਗਿਣਤੀ ਕਰੀਏ ਤੇ 4 ਹੋ ਗਈਆਂ। ਪੈ ਗਈ ਨਾ ਮੁਦਾਵਣੀ ਬੁਝਾਰਤ। ਬੁੱਝੋ ਬਈ ਇਹਨੂੰ, ਗੁਰੂ ਅਰਜਨ ਸਾਹਿਬ ਪਾਉਂਦੇ ਆ ਬੁਝਾਰਤ। ਬੁੱਝੋ ਭਾਈ। ਆਮ ਕਰਕੇ ਨਾ ਪੁਰਾਣੇ ਸਮਿਆਂ ਜਦੋਂ ਬਰਾਤਾਂ ਜਾਂਦੀਆਂ ਸਨ ਤੇ ਥਾਲ ਪਰੋਸੇ ਜਾਂਦੇ ਬਰਾਤੀਆਂ ਦੇ ਮੂਹਰੇ, ਤੇ ਸਾਹਮਣੇ ਮਾਈਆਂ ਬੀਬੀਆਂ ਬਜ਼ੁਰਗਾਂ ਬੈਠਾ ਹੋਣਾ, ਉਹਨਾਂ ਬਰਾਤੀਆਂ ਨੂੰ ਮੁਦਾਵਣੀ ਪਾਉਂਦੇ ਸਨ ਵੀ ਇਹ ਰੋਟੀ ਤਾਂ ਖਾਣੀ ਸ਼ੁਰੂ ਕਰਿਓ, ਪਹਿਲਾਂ ਸਾਡੀ ਆ ਮੁਦਾਵਣੀ ਇਹ ਤਾਂ ਖੁੱਲੇਗੀ ਜਦੋਂ ਬੁੱਝੋਗੇ। ਇਹ ਮੁਦਾਵਣੀ ਲਾ ਦਿੱਤੀ ਅਸੀਂ ਉੱਤੇ ਵੀ ਬੰਨ ਦਿੱਤੇ ਨੇ ਥਾਲ ਤੁਹਾਡੇ। ਗੁਰੂ ਸਾਹਿਬ ਨੇ ਵੀ ਮੁਦਾਵਣੀ ਪਾਈ ਵੀ ਬੁੱਝੋ ਭਾਈ। ਇਹ ਮੁਦਾਵਣੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਪਾਈ ਹੈ। ਇਸ ਮੁਦਾਵਣੀ ਦਾ ਮਤਲਬ ਇਹ ਹੈ, ਜਿਹੜਾ ਵਿਚਾਰੋ ਸ਼ਬਦ ਹੈ ਨਾ, ਉਹ ਕਿਰਿਆਵਾਚਕ ਹੈ। ਵਸਤੂਆਂ 3 ਹੀ ਨੇ, ਸਤ, ਸੰਤੋਖ ਤੇ ਅੰਮ੍ਰਿਤ ਨਾਮ। ਇਹਨਾਂ ਦੀ ਵਿਚਾਰ ਕਰੋ, ਤਿੰਨਾਂ ਦੀ ਵਿਚਾਰੋ। ਕਿਰਿਆ ਹੁਕਮੀ ਕਿਰਿਆ, ਹੁਕਮ ਕਰਦੇ ਆ ਵੀ ਇਹਨਾਂ ਤਿੰਨਾਂ ਨੂੰ ਵਿਚਾਰੋ। ਇਹ ਮੁਦਾਵਣੀ ਪਾਈ ਹੈ ਸਤਿਗੁਰਾਂ ਨੇ। ਤਾਂ 4 ਆਏ ਨੇ ਪਰ ਹੈਣ 3 ਹੀ। ਵਿਚਾਰੋ ਸ਼ਬਦ ਜਿਹੜਾ ਉਹ ਹੁਕਮ ਹੋ ਰਿਹਾ ਕਿ ਸਤ ਦੀ, ਸੰਤੋਖ ਦੀ ਤੇ ਅੰਮ੍ਰਿਤ ਨਾਮ ਦੀ ਵਿਚਾਰ ਕਰੋ। ਇਹ 3 ਚੀਜ਼ਾਂ ਨੇ ਇਹਦੇ ਚ। ਤੇ ਫਿਰ ਜਿਹੜਾ ਇਹਨੂੰ ਖਾਵੇਗਾ, ਜਦੋਂ ਮੁਦਾਵਣੀ ਖੁੱਲ ਗਈ, ਜਦੋਂ ਵਿਚਾਰ ਕਰਕੇ ਮੁਦਾਵਣੀ ਖੁੱਲ ਗਈ ਤੇ ਫੇਰ ਹੀ ਰੋਟੀ ਖਾਂਦੇ ਸੀ ਨਾ ਬਰਾਤੀ। ਤੇ ਕਹਿੰਦੇ ਭਾਈ ਜਦੋਂ ਇਹ ਮੁਦਾਵਣੀ ਖੁੱਲ ਗਈ, ਤੁਹਾਨੂੰ ਪਤਾ ਲੱਗ ਗਿਆ ਵੀ ਸਤ ਕੀ ਆ, ਸੰਤੋਖ ਕੀ ਆ ਤੇ ਅੰਮ੍ਰਿਤ ਨਾਮ ਕੀ ਹੈ, ਉਹਦੀ ਮਹਿਮਾ ਦਾ ਪਤਾ ਲੱਗ ਗਿਆ। ਤੇ ਫਿਰ ਜਦੋਂ ਇਹਨੂੰ ਖਾਓਗੇ, ਮੁਦਾਵਣੀ ਬੁੱਝ ਲਈ, ਜਦੋਂ ਖਾਓਗੇ, ਪੁੰਚੋਗੇ, ਤੁਹਾਡਾ ਉਧਾਰ ਹੋ ਜਾਏਗਾ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਹਾਂਜੀ। ਅਚਰਜ ਸਾਧ ਤਾਕੇ ਬਰਨੇ ਨਾ ਜਾਹੀ। ਜਦੋਂ ਅੰਮ੍ਰਿਤ ਨਾਮ ਨੂੰ ਪੁੰਚੋਗੇ ਦੇ ਸਵਾਦ ਇਹੋ ਜਿਹੇ ਅਚਰਜ ਨੇ, ਵਿਸਮਾਦਮਈ ਨੇ ਵੀ ਖਾਣ ਵਾਲਾ ਗੂੰਗਾ ਹੀ ਹੋ ਜਾਂਦਾ ਹੈ ਤੇ ਉਹਨੂੰ ਪੁੱਛੋ ਕਿਹੋ ਜਿਹਾ, ਉਹ ਦੱਸ ਹੀ ਨਹੀਂ ਸਕਦਾ। ਅੱਗੋਂ ਮੁਸਕਰਾ ਛੱਡਦਾ, ਉਹ ਦੱਸ ਨਹੀਂ ਪਾਉਂਦਾ। ਜੋ ਚਾਖ ਗੂੰਗਾ ਮੁਸਕਾਰ ਹੈ। ਜਦੋਂ ਇਸ ਅੰਮ੍ਰਿਤ ਨਾਮ ਨੂੰ ਪੁੰਚਣ ਵਾਲੇ ਗੁਰਮੁਖ ਇਸ ਨੂੰ ਪੁੰਚਦੇ ਨੇ, ਉਸ ਦਾ ਅਚਰਜ ਸਵਾਦ ਉਹਨਾਂ ਨੂੰ ਆਉਂਦਾ, ਜਿਹੜਾ ਵਰਨੇ ਨਾ ਜਾਹੀ। ਵਰਣ ਵਿੱਚ ਨਹੀਂ ਆਉਂਦਾ, ਵਰਣਨ ਦੇ ਵਿੱਚ ਨਹੀਂ ਆਉਂਦਾ। ਉਹ ਕਿਹਾ ਹੀ ਨਹੀਂ ਜਾ ਸਕਦਾ ਕਿ ਇਹਦਾ ਸਵਾਦ ਕੈਸਾ ਹੈ। ਜਿਵੇਂ ਗੂੰਗਾ ਨਹੀਂ ਦੱਸ ਸਕਦਾ, ਤੈਸਾ ਨਾਮ ਦਾ ਅਚਰਜ ਸਵਾਦ ਮਾਣਨ ਵਾਲੇ ਉਹ ਵੀ ਬਿਆਨ ਕਰਕੇ ਨਹੀਂ ਦੱਸ ਸਕਦੇ ਇਹਦਾ ਰਸ ਕੀ ਹੈ, ਇਹਦਾ ਸਵਾਦ ਕੀ ਹੈ, ਇਹ ਅਚਰਜ ਹੈ। ਉਹ ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ। ਏਦਾਂ ਦੇ ਰਸ ਵਿੱਚ ਉਹ ਸਮਾ ਜਾਂਦੇ ਹਨ। ਇਹ ਸਵਾਦ, ਇਹ ਅਚਰਜ ਸਵਾਦ ਪੰਜਵੇਂ ਪਾਤਸ਼ਾਹ ਕਹਿੰਦੇ ਵਰਣਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ। ਕਹਿੰਦੇ ਭਾਈ ਉਹਨਾਂ ਦੇ ਹਿਰਦੇ ਚੋਂ ਲੋਭ ਮਰ ਜਾਂਦਾ ਹੈ, ਤ੍ਰਿਸ਼ਨਾ ਬੁਝ ਕੇ ਥੱਕ ਜਾਂਦੀ ਹੈ। ਤ੍ਰਿਸ਼ਨਾ
ਹਾਲਾਂਕਿ ਅੱਗ ਕਦੇ ਤੱਕਦੀ ਨਹੀਂ, ਪਰ ਕਹਿੰਦੇ ਜਦੋਂ ਅੱਗੇ ਦੱਸਣਗੇ ਵੀ ਕਿਹਨਾਂ ਦੀ, ਉਹਨਾਂ ਦੇ ਹਿਰਦਿਆਂ ਚੋਂ ਲੋਭ ਮੂਆ ਮਰ ਜਾਂਦਾ ਹੈ, ਤ੍ਰਿਸ਼ਨਾ ਬੁੱਝ ਕੇ ਥੱਕ ਜਾਂਦੀ, ਸਵਾਹ ਬਣ ਜਾਂਦੀ ਹੈ। ਹਾਂਜੀ, ਪਾਰ ਬ੍ਰਹਮ ਕੀ ਸਰਣ ਜਨ ਤਾਕੀ। ਹਾਂ, ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਜਿਨ੍ਹਾਂ ਨੇ ਤਾਕੀ ਦਾ ਮਤਲਬ ਇੱਥੇ ਤੱਕੀ ਹੈ। ਇੱਕ ਜਦੋਂ ਨਖੇੜ ਕੇ ਥੋੜਾ ਜਿਹਾ ਪਾਠ ਹੋਵੇਗਾ ਤਾਂ ਕੀ, ਉਦੋਂ ਅਰਥ ਹੋਰ ਹੋ ਜਾਏਗਾ ਵੀ ਤਿਨਾਂ ਦੀ। ਜਦੋਂ ਇੱਥੇ ਗਿਆਨੀ ਜੀ ਨੇ ਪਾਠ ਕੀਤਾ ਤਾਕੀ, ਇਹ ਥੋੜਾ ਜਿਹਾ ਖਿੱਚ ਕੇ, ਯਾਨੀ ਕਿ ਤੱਕੀ ਹੈ। ਜਿਨ੍ਹਾਂ ਨੇ ਉਸ ਪਾਰ ਬ੍ਰਹਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਨੂੰ ਤੱਕਿਆ ਹੈ, ਉਹਨਾਂ ਦੇ ਹਿਰਦੇ ਚੋਂ ਲੋਭ ਮਰ ਗਿਆ, ਉਹਨਾਂ ਦੇ ਹਿਰਦੇ ਚੋਂ ਤ੍ਰਿਸ਼ਨਾ ਬੁੱਝ ਕੇ ਥੱਕ ਗਈ ਹੈ। ਜਨਮ ਜਨਮ ਕੇ ਭੈ ਮੋਹ ਨਿਵਾਰੇ। ਤਿਨਾਂ ਗੁਰਬਖਾਂ ਦੇ ਹਿਰਦਿਆਂ ਚੋਂ ਜਨਮਾਂ ਜਨਮਾਂ ਦੇ ਭੈ, ਕਿਉਂਕਿ ਭੈ ਇੱਕ ਜਨਮ ਦਾ ਨਹੀਂ ਨਾ, ਹਰ ਜਨਮ ਦਾ ਹੀ ਭੈ। ਕਈ ਜਨਮਾਂ ਦੇ ਭੈ ਨੇ ਸਾਡੇ ਹਿਰਦੇ 'ਚ, ਕਈ ਜਨਮਾਂ ਦੇ ਡਰ ਨੇ, ਉਹ ਡਰ ਨਿਕਲੇ ਹੀ ਨਹੀਂ ਹਨ। ਕਈ ਜਨਮਾਂ ਦੇ ਭੈ ਨੇ ਸਾਡੇ ਹਿਰਦਿਆਂ 'ਚ। ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਪ੍ਰਭੂ ਦੀ ਸ਼ਰਨ 'ਚ ਪੈਣ ਵਾਲੇ ਨੇ, ਵਾਹਿਗੁਰੂ ਨੇ ਉਹਨਾਂ ਦੇ ਜਨਮਾਂ ਜਨਮਾਂ ਦੇ ਭੈ ਔਰ ਮੋਹ ਨਿਵਾਰ ਦਿੱਤੇ ਨੇ। ਮੋਹ ਵੀ ਨਿਵਾਰ ਦਿੱਤਾ। ਦੁਨੀਆ ਵਿੱਚ ਸਭ ਤੋਂ ਪ੍ਰਬਲ ਵਿਕਾਰ ਜੇ ਕੋਈ ਪੁੱਛੇ ਕਿਹੜਾ ਹੈ ਤਾਂ ਉਹ ਹੈ ਮੋਹ। ਏਦਾਂ ਕਹਿ ਸਕਦੇ ਹਾਂ, ਮੋਹ ਰਾਜਾ ਹੈ, ਕਾਮ ਕ੍ਰੋਧ ਲੋਭ ਤੇ ਹੰਕਾਰ ਇਹ ਸਾਰੇ ਉਹਦੀ ਸੈਨਾ ਹਨ, ਉਹਦੇ ਸੈਨਾਪਤੀ ਹਨ। ਔਰ ਦੂਜੇ ਪਾਸੇ ਇਸ ਮੋਹ ਨੂੰ ਜਿੱਤਣ ਵਾਲਾ ਸਭ ਤੋਂ ਪ੍ਰਬਲ ਗੁਣ ਕਿਹੜਾ ਕੋਈ ਪੁੱਛੇ ਤਾਂ ਉਹ ਹੈ ਵਿਵੇਕ। ਔਰ ਸਤ ਸੰਤੋਖ ਦਇਆ ਆਦਿਕ ਜਿਤਨੇ ਸ਼ੁਭ ਗੁਣ ਨੇ ਉਹ ਸਾਰੇ ਉਸ ਵਿਵੇਕ ਰੂਪੀ ਰਾਜੇ ਦੇ ਸੈਨਾਪਤੀ ਨੇ। ਇਹ ਵੀ ਇੱਕ ਲੜਾਈ ਹੈ ਜਿਹੜੀ ਜਗਿਆਸੂ ਦੇ ਹਿਰਦੇ ਦੇ ਵਿੱਚ ਚੱਲਦੀ ਹੈ। ਵਿਕਾਰਾਂ ਦੇ ਖਿਲਾਫ ਸ਼ੁਭ ਗੁਣਾਂ ਦੀ ਸੈਨਾ ਨੂੰ ਖੜਿਆਂ ਕਰਕੇ ਇੱਕ ਪਾਸੇ ਵਿਵੇਕ ਰਾਜਾ ਹੈ, ਦੂਜੇ ਪਾਸੇ ਦੁਸ਼ਮਣਾਂ ਦੀ ਦਲ ਦਾ ਫੌਜ ਦਾ ਰਾਜਾ ਹੈ ਮੋਹ। ਫਿਰ ਬੜਾ ਘਮਾਸਾਨ ਜੰਗ ਹੁੰਦਾ। ਔਰ ਇਹ ਜੰਗ ਹਥਿਆਰਾਂ ਨਾਲ ਨਹੀਂ ਪਿਆ ਹੁੰਦਾ, ਇਹ ਜੰਗ ਬੜਾ ਭਿਆਨਕ ਹੈ। ਇਹ ਵਿਚਾਰਾਂ ਦਾ ਹੀ ਜੰਗ ਹੈ, ਅੰਤਰਾਤਮੇ ਚੱਲ ਰਿਹਾ। ਬਹੁਤੇ ਉਹਨਾਂ ਪ੍ਰਬਲ ਵਿਕਾਰਾਂ ਦੇ ਸਾਹਮਣੇ ਹਾਰ ਜਾਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਅੰਦਰ ਵਾਹਿਗੁਰੂ ਨੇ ਇਹਨਾਂ ਵਿਕਾਰਾਂ ਨਾਲ ਲੜਨ ਵਾਸਤੇ ਆ ਸ਼ੁਭ ਗੁਣਾਂ ਦੀ ਸੈਨਾ ਪੈਦਾ ਕੀਤੀ ਹੋਈ ਹੈ। ਆਪਣੇ ਸੂਰਮਿਆਂ ਦਾ ਹੀ ਗਿਆਨ ਨਹੀਂ ਹੁੰਦਾ। ਇੱਕ ਵਿਦਵਾਨ ਹੋਏ ਪੰਡਤ ਗੁਲਾਬ ਸਿੰਘ ਜੀ ਨਿਰਮਲ ਸੰਪਰਦਾ ਦੇ ਭੂਸ਼ਣ, ਉਹਨਾਂ ਲਿਖਿਆ ਹੈ, ਉਸ ਗ੍ਰੰਥ ਦਾ ਨਾਮ ਹੈ ਪ੍ਰਬੋਧ ਚੰਦਰ ਨਾਟਕੰ ਸੁਬੋਧ ਗ੍ਰੰਥ ਮੈਂ ਕਰੋ। ਪ੍ਰਬੋਧ ਚੰਦਰ ਨਾਟਕ, ਉਹਦੇ ਵਿੱਚ ਉਹਨਾਂ ਨੇ ਇਹੀ ਜੰਗ ਲਿਖਿਆ। ਜਿਹੜੇ ਪ੍ਰਭੂ ਦੀ ਸ਼ਰਨ ਚਲੇ ਗਏ, ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਚੋਂ ਮੋਹ ਵੀ ਸਾਹਿਬ ਨੇ ਨਿਵਾਰੇ ਕਹੀਏ ਨਿਵਾਰ ਦਿੱਤਾ ਹੈ। ਨਾਨਕ ਦਾਸ ਪ੍ਰਭ ਕਿਰਪਾ ਤਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਪ੍ਰਭੂ ਨੇ, ਨਿਰੰਕਾਰ ਜੀ ਨੇ, ਅਕਾਲ ਪੁਰਖ ਜੀ ਨੇ ਸਾਡੇ ਤੇ ਆਪਣੀ ਕਿਰਪਾ ਧਾਰੀ ਹੈ, ਸਾਡੇ ਤੇ ਆਪਣਾ ਤਰਸ ਕੀਤਾ ਹੈ। ਸੂਹੀ ਮਹੱਲਾ ਪੰਜਵਾ। ਅਨਕ ਬੀਂਗ ਦਾਸ ਕੇ ਪਰ ਹਰਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਮੇਰੇ ਕਈ ਵਿੰਗ, ਆਪਣੇ ਦਾਸ ਦੇ ਵਾਹਿਗੁਰੂ ਨੇ ਕਈ ਵਿੰਗ ਵਾਲ ਜਿਹੜੇ ਨੇ ਦੂਰ ਕਰ ਦਿੱਤੇ ਆ। ਬੀਂਗ, ਬੀਂਗ ਦਾ ਮਤਲਬ ਵਿੰਗ ਵਾਲ,
ਇਹਦਾ ਮਤਲਬ ਇਹ ਨਹੀਂ ਵੀ ਸਰੀਰ ਟੇਢਾ ਮੇਢਾ ਸੀ ਉਹ ਸਿੱਧਾ ਕਰ ਦਿੱਤਾ। ਆਪਾਂ ਕਈ ਵਾਰੀ ਫਲਾਣਾ ਬੰਦਾ ਬੜਾ ਵਿੰਗਾ ਹੈ ਕਹਿੰਦੇ ਨਾ ਪੰਜਾਬੀ ਚ, ਵਿੰਗਾ ਟੇਢਾ ਹੈ। ਉਹ ਵਿੰਗੇ ਦਾ ਮਤਲਬ ਹੁੰਦਾ ਵੀ ਉਹ ਏਦਾਂ ਨਹੀਂ ਛੇਤੀ ਕਾਬੂ ਆਉਣਾ, ਬੜਾ ਛਲੀਆ ਹੈ, ਬੜਾ ਕਪਟੀ ਹੈ, ਬੜਾ ਤੇਜ਼ ਤਰਾਰ ਹੈ। ਕਹਿੰਦੇ ਮੇਰੇ ਵਿੱਚ ਵੀ ਕਈ ਬੀਂਗ ਸੀ, ਕਮੀਆਂ ਸੀ, ਊਣਤਾਈਆਂ ਸੀ। ਮੇਰੇ ਪ੍ਰਭੂ ਨੇ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਉਹ ਸਾਰੇ ਵਿੰਗ ਵੱਲ ਦੂਰ ਕਰ ਦਿੱਤੇ ਨੇ। ਜਿੰਨੀਆਂ ਮੇਰੇ ਅੰਦਰ ਊਣਤਾਈਆਂ ਸੀ, ਜਿੰਨੀਆਂ ਮੇਰੇ ਅੰਦਰ ਖਾਮੀਆਂ ਸੀ, ਕਮੀਆਂ ਸਨ, ਉਹ ਨਿਵਾਰ ਦਿੱਤੀਆਂ ਹਨ। ਕਰ ਕਿਰਪਾ ਪ੍ਰਭ ਆਪਣਾ ਕਰਿਆ। ਮੇਰੇ ਪ੍ਰਭੂ ਜੀ ਨੇ ਸਾਡੇ ਤੇ ਆਪਣੀ ਕਿਰਪਾ ਕੀਤੀ ਹੈ, ਮੈਨੂੰ ਆਪਣਾ ਕਰ ਲਿਆ। ਮੇਰੇ ਸਾਰੀਆਂ ਊਣਤਾਈਆਂ ਦੂਰ ਕਰਕੇ, ਮੇਰੇ ਸਾਰੇ ਔਗਣ ਖਾਮੀਆਂ ਦੂਰ ਕਰਕੇ ਮੇਰੇ ਪ੍ਰਭੂ ਜੀ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣਾ ਕਰ ਲਿਆ ਹੈ। ਤੁਮ ਹੈ ਛਡਾਏ ਲਿਓ ਜਨ ਆਪਣਾ। ਮਹਾਰਾਜ ਤੁਸੀਂ ਛੁਡਾ ਲਿਆ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਤੁਸੀਂ ਛੁਡਾ ਲਿਆ। ਉਰਜ ਪਰਿਓ ਜਾਲ ਜਗ ਸੁਪਨਾ। ਮੈਂ ਉਲਝਿਆ ਪਿਆ ਸੀ, ਇਸ ਜਗਤ ਰੂਪੀ ਜਾਲ ਰੂਪੀ ਸੁਪਨੇ 'ਚ ਫਸਿਆ ਪਿਆ ਸਾਂ। ਇਹ ਜਗਤ ਸੁਪਨੇ ਦਾ ਜਾਲ ਹੈ, ਇਸ ਜਾਲ ਦੇ ਵਿੱਚ ਮੈਂ ਉਲਝਿਆ ਪਿਆ ਸੀ। ਹੇ ਮੇਰੇ ਸਾਹਿਬ ਜੀ, ਤੁਸੀਂ ਆਪਣੇ ਜਨ ਨੂੰ ਛੁਡਾ ਲਿਆ ਇਸ ਜਾਲ ਤੋਂ, ਕੱਢ ਲਿਆ ਇਸ ਸੁਪਨੇ ਦੇ ਜਾਲ ਚੋਂ। ਰਹਾਓ ਪਰਬਤ ਦੋਖ ਮਹਾ ਬਿਕਰਾਲਾ। ਪਰਬਤ ਦੋਖ, ਪਰਬਤ ਦਾ ਮਤਲਬ ਹੁੰਦਾ ਵੱਡਾ, ਪਹਾੜ ਵੱਡਾ। ਮਹਾਰਾਜ ਜੀ ਜਿਹੜੇ ਮੇਰੇ ਅੰਦਰ ਵੱਡੇ ਦੋਸ਼ ਨੇ, ਪਰਬਤ ਦੋਖ ਦਾ ਮਤਲਬ ਬੜੇ ਵੱਡੇ ਦੋਸ਼ ਨੇ, ਮਹਾ ਬਿਕਰਾਲਾ, ਔਰ ਜਿਹੜੇ ਬੜੇ ਵਿਕਰਾਲ ਨੇ, ਭਿਆਨਕ ਨੇ, ਦੁਖਦਾਈ ਨੇ। ਖਿਨ ਮਹਿ ਦੂਰ ਕੀਏ ਦਇਆਲਾ। ਇਹ ਦਿਆਲੂ ਪ੍ਰਭੂ ਜੀ ਤੁਸੀਂ ਕਿਰਪਾ ਕੀਤੀ ਹੈ, ਇੱਕ ਛਿਨ ਦੇ ਵਿੱਚ ਮੇਰੇ ਅੰਦਰੋਂ ਦੂਰ ਕਰ ਦਿੱਤੇ ਨੇ। ਇੱਕ ਛਿਨ ਚ ਇਹਨਾਂ ਨੂੰ ਹਿਰਦੇ ਚੋਂ ਨਿਵਾਰ ਦੇਣ ਵਾਲੇ ਹੋ। ਸੋਗ ਰੋਗ ਬਿਪਤ ਅਤ ਭਾਰੀ। ਸੋਗ ਰੋਗ ਅਨੇਕ ਪ੍ਰਕਾਰ ਦੀਆਂ ਵਿਪਤਾਵਾਂ ਅਤੀ ਭਾਰੀ ਹਨ। ਦੂਰ ਭਈ ਜਪ ਨਾਮ ਮੁਰਾਰੀ। ਕਹਿੰਦੇ ਜਿੰਨੇ ਸੋਗ ਰੋਗ ਵਿਪਤਾਵਾਂ ਬਿਘਨਾਦਿਕ ਸਨ, ਦੂਰ ਭਈ, ਇਹ ਸਾਰੇ ਦੂਰ ਹੋ ਗਏ। ਪੁੱਛਿਆ ਮਹਾਰਾਜ ਜੀ ਕਿਵੇਂ ਹੁੰਦੇ ਨੇ ਦੂਰ ਇਹ ਸਾਰੇ ਸੋਗ ਰੋਗ ਵਿਪਤਾਵਾਂ ਵੱਡੀਆਂ ਵੱਡੀਆਂ, ਅਤ ਭਾਰੀ, ਵੱਡੀਆਂ ਭਾਰੀ ਵਿਪਤਾਵਾਂ, ਇਹ ਕਿਵੇਂ ਦੂਰ ਹੁੰਦੀਆਂ ਨੇ? ਮਹਾਰਾਜ ਜੀ ਕਹਿੰਦੇ ਜਪ ਨਾਮ ਮੁਰਾਰੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਇਹ ਦੂਰ ਹੋ ਗਈਆਂ। ਦ੍ਰਿਸ਼ਟ ਧਾਰ ਲੀਨੋ ਲੜ ਲਾਏ। ਮੇਰੇ ਤੇ ਮੇਰੇ ਮਾਲਕ ਨੇ ਆਪਣੀ ਦ੍ਰਿਸ਼ਟੀ ਧਾਰੀ ਹੈ, ਕਿਰਪਾ ਭਰੀ ਦ੍ਰਿਸ਼ਟੀ ਧਾਰੀ ਹੈ, ਔਰ ਮੈਨੂੰ ਆਪਣੇ ਆਸਰੇ ਨਾਲ ਲਾ ਲਿਆ, ਮੈਨੂੰ ਆਪਣਾ ਪੱਲਾ ਬਖਸ਼ ਦਿੱਤਾ। ਹਰ ਚਰਨ ਗਹੇ ਨਾਨਕ ਸਰਣਾਏ। ਹਰੀ ਦੇ ਚਰਨ ਨੂੰ ਮੈਂ ਗ੍ਰਹਿਣ ਕਰ ਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਸ ਸ਼ਰਨਾਗਤ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਇੱਕ ਵਾਰ ਫੇਰ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ, ਜੈਤੋ ਦੇ ਸਮੂਹ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਸਾਧ ਸੰਗਤ ਜੀ ਬੇਨਤੀ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ 1 ਮਈ ਨੂੰ। ਉਹਦੇ ਸਬੰਧ ਵਿੱਚ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 27 ਫਰਵਰੀ ਨੂੰ ਇੱਕ ਵੱਡਾ ਇੰਟਰਨੈਸ਼ਨਲ ਗੱਤਕਾ ਪ੍ਰਦਰਸ਼ਨ ਹੋਵੇਗਾ। ਸ਼ਾਮ ਦਾ ਸਮਾਂ ਤਕਰੀਬਨ 6 ਵਜੇ ਤੋਂ ਲੈ ਕੇ 9 ਵਜੇ ਤੱਕ। 27 ਤਰੀਕ ਦਿਨ ਸ਼ਨੀਵਾਰ ਆਪ ਜੀ ਨੇ ਇਸ ਗੱਤਕਾ ਪ੍ਰਦਰਸ਼ਨ ਵਿੱਚ ਬੱਚਿਆਂ ਸਮੇਤ ਹਾਜ਼ਰੀਆਂ ਭਰਨੀਆਂ ਬੇਨਤੀ ਹੈ। ਔਰ ਇਸੇ ਤਰ੍ਹਾਂ
ਜੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨ ਹਨ, ਉਹਨਾਂ ਦੇ ਦਰਸ਼ਨ ਦਿਦਾਰੇ ਨਗਰ ਕੀਰਤਨ ਦੇ ਰੂਪ ਵਿੱਚ ਉਹਨਾਂ ਸਥਾਨਾਂ ਦੀ ਯਾਤਰਾ ਜਿਹੜੀ ਹੈ ਉਹ 1 ਮਾਰਚ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋਵੇਗੀ। ਤੋ ਉਹ ਯਾਤਰਾ ਨਗਰ ਕੀਰਤਨ ਮਹਾਰਾਜ ਪੰਜਾਂ ਪਿਆਰਿਆਂ ਦੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਚੱਲੇਗਾ। ਸਰਹੰਦ ਰੋਡ ਤੋਂ ਪਹਿਲਾਂ ਇੱਧਰ ਫੱਗਣ ਮਾਜਰੇ ਸਾਈਡ ਨੂੰ ਨਗਰ ਕੀਰਤਨ 1 ਤਰੀਕ ਨੂੰ ਜਾਣਾ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਗਰ ਕੀਰਤਨਾਂ ਵਿੱਚ ਆਪ ਦੀ ਹਾਜ਼ਰੀਆਂ ਭਰੋ ਔਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ 6 ਮਾਰਚ ਤੱਕ ਇਹ ਨਗਰ ਕੀਰਤਨ ਚੱਲਣੇ ਹਨ। 6 ਮਾਰਚ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ਼ਾਮ ਨੂੰ ਸਮਾਪਤੀ ਹੋਣੀ ਹੈ। ਤੋ ਉਸ ਦੇ ਅਰਦਾਸ ਬੇਨਤੀ ਲਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਕਾਰਜ ਆਪ ਕਰਾਉਣ। ਸ੍ਰੀ ਅਖੰਡ ਪਾਠ ਸਾਹਿਬ 27 ਫਰਵਰੀ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆਰੰਭ ਹੋਣਗੇ। 1 ਮਾਰਚ ਨੂੰ ਸਵੇਰੇ ਤਕਰੀਬਨ 8 ਵਜੇ ਨਾਲ ਜਾਂ 7 ਵਜੇ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਨਗਰ ਕੀਰਤਨ 9 ਵਜੇ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋਣਾ ਹੈ। ਸਮੂਹ ਸੰਗਤਾਂ ਨੇ ਵੱਧ ਚੜ ਕੇ ਨਗਰ ਕੀਰਤਨਾਂ ਵਿੱਚ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।